ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸਾਸਤਰ ਖਟ ਪਿੰਗ ਗਿਰਨ ਚੜ੍ਹ ਜਾਇ। ਅੰਧ ਲਖੈ ਬਦਰੁ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੂ। ਵਾਹਿਗੁਰੂ ਸਾਹਿਬ ਜੀ। ਘਰ ਦੂਜਾ। ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ। ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ। ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨਾ ਦੇਖਾ। ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿਨ ਨਾ ਜਾਈ। ਹਮਰਾ ਭਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ। ਰਹਾਉ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸੀ ਆਈ।
ਬਾਜੀਗਰ ਸਵਾਂਗ ਸਕੀਲਾ, ਆਪਣੇ ਰੰਗ ਰਵੈ ਅਕੇਲਾ। ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਜਾ ਕੋ ਗੁਰਮੁਖ ਆਪ ਬੁਝਾਈ, ਤਾ ਕੇ ਹਿਰਦੈ ਰਹਿਆ ਸਮਾਈ। ਗੁਰ ਕਿੰਚਿਤ ਕਿਰਪਾ ਕੀਨੀ, ਸਭ ਤਨ ਮਨ ਦੇਹ ਹਰਿ ਲੀਨੀ। ਕਹਿ ਕਬੀਰ ਰੰਗ ਰਤਾ, ਮਿਲਿਓ ਜਗ ਜੀਵਨ ਦਾਤਾ। ਦੋਏ ਘਰ ਦੂਜਾ, ਦੋਏ ਦੋਏ ਲੋਚਨ ਪੇਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ, ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ, ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਬਾਣੀ ਸਰਵਣ ਕਰਕੇ ਸੇਵਾ ਕਰਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਉਸ ਤੋਂ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਪੜ੍ਹੇ ਸੁਣੇ ਗਏ ਹਨ। ਜਿਸ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜੋ ਲੜੀਵਾਰ ਰੂਪ ਦੇ ਅੰਦਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ ਸਰਵਣ ਕੀਤਾ ਹੈ। ਸੋਰਠ ਰਾਗ ਦੇ ਅੰਦਰ ਭਗਤ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੇ ਅੰਦਰ ਕਥਾ ਚੱਲ ਰਹੀ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਭਗਤ ਕਬੀਰ ਸਾਹਿਬ ਜੀ ਹਰ ਰੋਜ਼ ਹੀ ਅੰਮ੍ਰਿਤ ਵੇਲੇ ਸ਼ਾਮ ਦੇ ਸਮੇਂ ਸਤ ਸੰਗਤ ਕਰਦੇ, ਹੋਰ ਸੰਗਤਾਂ ਆ ਕੇ ਬੈਠਦੀਆਂ, ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ। ਉਹਨਾਂ ਦੇ ਵਿੱਚੋਂ ਹੀ ਜਿਹੜੇ ਕੋਈ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹੈ, ਜਿਨ੍ਹਾਂ ਦੇ ਅੰਦਰ ਇਹ ਇੱਛਾ ਹੁੰਦੀ ਹੈ ਕਿ ਪਰਮਾਤਮਾ ਕੀ ਚੀਜ਼ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਅਤੇ ਕਿਵੇਂ ਸਾਡੇ ਇਹ ਜਿਹੜੇ ਦੁੱਖ ਲੱਗੇ ਹੈ ਜੰਮਣ ਮਰਨ ਦੇ, ਵਾਰ-ਵਾਰ ਸਰੀਰ ਧਾਰਨ ਕਰਨ ਦੇ, ਜੂਨਾਂ ਦੇ ਵਿੱਚ ਆਉਣ ਦੇ, ਇਹ ਸਾਰੇ ਜਿਹੜੇ ਦੂਰ ਕਿਵੇਂ ਹੁੰਦੇ ਹੈ। ਫਿਰ ਉਹ ਜਗਿਆਸੂ ਜਿਹੜੇ ਹਨ, ਉਹ ਐਸੇ ਕਮਾਈ ਵਾਲੇ
ਬੰਦਗੀ ਵਾਲੇ ਸੰਤ ਭਗਤ ਉਹਨਾਂ ਦੇ ਪਾਸੋਂ ਬੇਨਤੀ ਕਰਕੇ ਪੁੱਛਦੇ ਆ। ਭਗਤ ਕਬੀਰ ਸਾਹਿਬ ਜੀ ਦੇ ਪਾਸ ਵੀ ਬੇਨਤੀ ਕੀਤੀ ਗਈ ਕਿ ਜਿਹੜਾ ਹਿਰਦੇ ਦੇ ਅੰਦਰ ਭਰਮ ਹੈ ਉਹ ਦੂਰ ਨਹੀਂ ਹੁੰਦਾ। ਜਿਸ ਭਰਮ ਦੇ ਕਰਕੇ ਇਹ ਸੰਸਾਰ ਜਿਹੜਾ ਤਰ੍ਹਾਂ ਤਰ੍ਹਾਂ ਦਾ ਪ੍ਰਤੀਤ ਹੁੰਦਾ। ਇਹ ਸੰਸਾਰ ਦੇ ਵਿੱਚ ਚੰਗਾ ਮਾੜਾ, ਉੱਚਾ ਨੀਵਾਂ, ਅਮੀਰ ਗਰੀਬ, ਇਸੇ ਤਰ੍ਹਾਂ ਹੀ ਨਾਨਾਪੁਣਾ ਜਿਹੜਾ ਹੈ ਨਾ ਵੱਖੋ ਵੱਖਰਾ, ਉਹ ਸਾਰਾ ਪ੍ਰਤੀਤ ਹੁੰਦਾ। ਜਿਸ ਕਰਕੇ ਮਨ ਜਿਹੜਾ ਉਹ ਕਦੇ ਦੁਖੀ ਹੋ ਜਾਂਦਾ, ਕਦੇ ਸੁਖੀ ਹੋ ਜਾਂਦਾ, ਕਦੇ ਉਦਾਸ ਹੋ ਜਾਂਦਾ, ਕਦੇ ਖੇੜੇ 'ਚ ਆ ਜਾਂਦਾ। ਵੀ ਇਸ ਕਰਕੇ ਇਹ ਮਨ ਜਿਹੜਾ ਅਤੇ ਸੰਸਾਰ ਜਿਹੜਾ ਵੀ ਇਹਨਾਂ ਦੇ ਵਿੱਚ ਉਹ ਪਰਮੇਸ਼ਰ ਜਿਹੜਾ ਉਹ ਕਿਵੇਂ ਦਿਸਦਾ ਹੈ। ਮਨ ਦੀ ਅਵਸਥਾ ਜਿਹੜੀ ਉਹ ਵੀ ਇੱਕ ਰਵੇ। ਤਾਂ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਰਮ ਜਿਹੜਾ ਹੈ ਉਹ ਕਿਵੇਂ ਦੂਰ ਹੁੰਦਾ। ਹਮਰਾ ਭਰਮ ਗਿਆ ਭਉ ਭਾਗਾ। ਕਿਉਂਕਿ ਭਰਮ ਜਿਹੜਾ ਉੱਥੇ ਪੈਦਾ ਹੋ ਜਾਂਦਾ ਜਿੱਥੇ ਅਸਲੀ ਵਸਤੂ ਦਾ ਗਿਆਨ ਨਾ ਹੋਵੇ ਅਤੇ ਉਹਦੇ ਵਿੱਚ ਕਿਸੇ ਚੀਜ਼ ਨੂੰ ਕਲਪਿਤ ਕਰ ਲਈਏ, ਕਲਪਨਾ ਕਰ ਲਈਏ ਕਿ ਇਹ ਚੀਜ਼ ਇੱਦਾਂ ਦੀ ਹੈ ਅਤੇ ਉਹਦੇ ਤੋਂ ਫਿਰ ਅੰਦਰ ਡਰਨ ਲੱਗ ਜਾਈਏ ਕਿ ਜੇ ਇਹ ਨਾ ਕੀਤਾ ਤਾਂ ਪਤਾ ਨਹੀਂ ਕੀ ਹੋ ਜਾਣਾ। ਜਿਵੇਂ ਰੱਸੀ ਦੇ ਵਿੱਚ ਸੱਪ ਪ੍ਰਤੀਤ ਹੋਣ ਲੱਗ ਜਾਏ। ਰੱਸੀ ਦੇ ਵਿੱਚੋਂ ਭਰਮ ਪੈ ਗਿਆ ਵੀ ਸੱਪ ਹੈ ਅਤੇ ਸੱਪ ਦੇ ਕੋਲੋਂ ਫਿਰ ਅੰਦਰ ਡਰ ਪੈਦਾ ਹੋ ਗਿਆ ਵੀ ਡੰਗ ਨਾ ਮਾਰ ਦੇ। ਪਰ ਹੈ ਉਹ ਰੱਸੀ, ਭਰਮ ਪੈਣ ਕਰਕੇ ਡਰ ਪੈਦਾ ਹੋ ਗਿਆ। ਉਹ ਡਰ ਕਰਕੇ ਜੀਵ ਡਰੀ ਗਿਆ ਵੀ ਸੱਪ ਨਾ ਹੋਵੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮਰਾ ਭਰਮ ਗਿਆ। ਸਾਡੇ ਅੰਦਰ ਜਿਹੜਾ ਇਹ ਭਰਮ ਸੀ ਨਾ ਵੀ ਸੰਸਾਰ ਸੱਚਾ ਹੈ, ਸੰਸਾਰ ਦੇ ਵਿੱਚ ਬੜੇ ਸੁੱਖ ਹਨ, ਅਤੇ ਜਿਹੜਾ ਭਰਮ ਸੀ ਸਾਡਾ ਇਹ ਦੂਰ ਹੋ ਗਿਆ। ਅਤੇ ਭਉ ਭਾਗਾ, ਡਰ ਕੀ ਸੀ ਵੀ ਇਹ ਸੰਸਾਰ ਕਿਤੇ ਛੁੱਟੀ ਨਾ ਜਾਏ, ਮਰ ਨਾ ਜਾਈਏ, ਮੌਤ ਨਾ ਹੋ ਜਾਏ। ਇਹੀ ਡਰ ਹੁੰਦਾ ਇਨਸਾਨ ਨੂੰ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਜਿਹੜਾ ਭਉ ਸੀ ਮੌਤ ਦਾ ਉਹ ਵੀ ਭੱਜ ਗਿਆ। ਜਦੋਂ ਸੰਸਾਰ ਦੀ ਖੇਡ ਪਤਾ ਚੱਲ ਗਈ ਵੀ ਇੰਨੀ ਕੀ ਹੈ, ਉਹਦੇ ਨਾਲ ਨਾਲ ਫਿਰ ਜਿਹੜਾ ਅੰਦਰ ਡਰ ਸੀ ਮੌਤ ਦਾ ਉਹ ਵੀ ਦੂਰ ਹੋ ਗਿਆ। ਇਹ ਦੂਰ ਕਿਵੇਂ ਹੋਇਆ? ਜਬ ਰਾਮ ਨਾਮ ਚਿੱਤ ਲੱਗਾ। ਜਦੋਂ ਰਮੇ ਹੋਏ ਰਾਮ ਦੇ ਨਾਮ ਦੇ ਵਿੱਚ ਚਿੱਤ ਲੱਗ ਗਿਆ, ਫਿਰ ਜਿਹੜਾ ਭਰਮ ਸੀ ਅਤੇ ਭਉ ਡਰ ਸੀ ਇਹ ਦੋਵੇਂ ਹੀ ਦੂਰ ਹੋ ਗਏ। ਫਿਰ ਇਹ ਸੰਸਾਰ ਜਿਹੜਾ ਪਰਮੇਸ਼ਰ ਦਾ ਹੀ ਰੂਪ ਨਜ਼ਰ ਆਉਂਦਾ, ਜਿਸ ਦੇ ਵਿੱਚ ਵੀ ਦੇਖਦੇ ਆ ਉਸੇ ਦੀ ਜੋਤ ਨੂੰ ਵੇਖਦੇ ਆ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਪਵਿੱਤਰ ਸ਼ਬਦ ਦੁਆਰਾ ਅਦਵੈਤ ਅਵਸਥਾ ਦਾ ਜ਼ਿਕਰ ਬਿਆਨ ਕਰਦੇ ਹਨ ਕਿ ਜਿਨ੍ਹਾਂ ਦੇ ਅੰਦਰ ਅਦਵੈਤ ਹੈ, ਦੂਜਾਪੁਣਾ ਨਹੀਂ ਹੈ। ਕਿਸੇ ਨੂੰ ਦੋ ਨਿਗਾਹ ਦੇ ਨਾਲ ਨਹੀਂ ਵੇਖਦੇ, ਇੱਕ ਸਮਾਨ ਦ੍ਰਿਸ਼ਟੀ ਦੇ ਨਾਲ ਜਿਹੜੇ ਦੇਖਦੇ ਹੈ ਉਹਨਾਂ ਦੀ ਕੈਸੀ ਅਵਸਥਾ ਹੈ, ਉਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਘਰ ਦੂਜਾ।
ਦੋਏ ਦੋਏ ਲੋਚਨ ਪੇਖਾ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ। ਘਰ ਦੂਜਾ ਸੰਗੀਤ ਦੇ ਨਿਯਮਾਂ ਅਨੁਸਾਰ ਦੂਸਰੇ ਘਰ ਦੇ ਅੰਦਰ ਇਹ ਸ਼ਬਦ ਗਾਇਨ ਕਰਨਾ ਹੈ। ਦੋਏ ਦੋਏ ਲੋਚਨ ਪੇਖਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਅਸੀਂ ਆਪਣੇ ਦੋਹਾਂ ਨੇਤਰਾਂ ਦੇ ਨਾਲ ਪੇਖਾ ਕੀਏ ਵੇਖਦੇ ਹਾਂ ਸੰਸਾਰ ਨੂੰ। ਹਰੇਕ ਜੀਵ ਆਪਣੇ ਦੋਹਾਂ ਨੇਤਰਾਂ ਦੇ ਨਾਲ ਹੀ ਵੇਖਦਾ। ਆਪਣੀ ਦੋਹਾਂ ਨੇਤਰਾਂ ਦੀ ਨਿਗਾਹ ਦੇ ਨਾਲ, ਜੋਤ ਦੇ ਨਾਲ ਇਹ ਸੰਸਾਰ ਨੂੰ ਵੇਖਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਦੋਏ ਦੋਏ ਲੋਚਨ ਪੇਖਾ, ਵੀ ਇੱਕ ਤੇ ਦੋ ਨੇਤਰ ਜਿਹੜੇ ਸਰੀਰ 'ਤੇ ਲੱਗੇ ਆ, ਜਿਨ੍ਹਾਂ ਰਾਹੀਂ ਸਾਨੂੰ ਸੰਸਾਰ ਦਿਸਦਾ। ਇੱਕ ਦੋ ਐਸੇ ਵੀ ਹਨ ਜਿਹੜੇ ਅੰਤਰ ਆਤਮੇ ਨੂੰ ਵੇਖਦੇ ਆ। ਉਹ ਹੈ ਵਿਚਾਰ ਦੇ ਅਤੇ ਵਿਵੇਕ ਦੇ। ਉਹ ਵਿਚਾਰ ਅਤੇ ਵਿਵੇਕ ਰੂਪੀ ਨੇਤਰਾਂ ਦੁਆਰਾ ਅਤੇ ਪ੍ਰਤੱਖ ਨੇਤਰਾਂ ਦੁਆਰਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਵੇਖਦੇ ਹਾਂ। ਓ ਹਰ ਬਿਨ ਔਰ ਨਾ ਦੇਖਾ। ਕੀ ਦੇਖਦੇ ਆ? ਕਹਿੰਦੇ ਅਸੀਂ ਹਰੀ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ, ਹਉ ਹਰ ਬਿਨ ਔਰ ਨਾ ਦੇਖਾਂ। ਹੋਰ ਕਿਸੇ ਨੂੰ ਵੇਖਦੇ ਹੀ ਨਹੀਂ, ਕਿ ਸਭ ਦੇ ਵਿੱਚ ਉਹ ਹਰੀ ਪਰਮੇਸ਼ਰ ਹੀ ਦਿਸਦਾ ਹੈ। ਜੇ ਅੰਤਰ ਆਤਮੇ 'ਚ ਝਾਤੀ ਮਾਰਦੇ ਆ ਅਤੇ ਅੰਦਰ ਵੀ ਉਹ ਦਿਸਦਾ ਹੈ। ਜੇ ਬਾਹਰ ਉਹ ਸੰਸਾਰ ਨੂੰ ਵੇਖਦੇ ਆ ਅਤੇ ਇਹਦੇ ਵਿੱਚ ਵੀ ਉਹ ਪਰਮੇਸ਼ਰ ਹੀ ਦਿਸਦਾ ਹੈ। ਜਿਵੇਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਆਨੰਦ ਸਾਹਿਬ ਬਾਣੀ ਦੇ ਅੰਦਰ, ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜਾ ਸੰਸਾਰ ਆਪਾਂ ਦੇਖਦੇ ਹਾਂ ਇਹ ਵੀ ਹਰੀ ਦਾ ਹੀ ਰੂਪ ਹੈ। ਪਰ ਇਹ ਉਦੋਂ ਦਿਸਦਾ ਜਿਨ੍ਹਾਂ ਦੇ ਕੋਲ ਵਿਚਾਰ ਅਤੇ ਵਿਵੇਕ ਦੇ ਨੇਤਰ ਹੁੰਦੇ ਆ, ਜਿਨ੍ਹਾਂ ਦੇ ਅੰਦਰਲੀ ਜੋਤ ਜਿਹੜੀ ਹੈ, ਅੰਦਰਲੇ ਨੇਤਰ ਜਿਨ੍ਹਾਂ ਦੇ ਖੁੱਲ੍ਹੇ ਹੈ, ਉਹਨਾਂ ਦੁਆਰਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਉ ਹਰ ਬਿਨ ਔਰ ਨਾ ਦੇਖਾਂ। ਅਸੀਂ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਦੇਖਦੇ ਹੀ ਨਹੀਂ। ਇਸੇ ਕਰਕੇ ਵਿਦਵਾਨਾਂ ਨੇ ਦੱਸਿਆ ਹੈ ਕਿ ਦੋਏ ਦੋਏ ਲੋਚਨ ਸਰਬ ਜਨੰ, ਤ੍ਰੈ ਲੋਚਨ ਵਿਦਵਾਨੰ, ਸਪਤ ਲੋਚਨ ਧਰਮਾਤਮਾ, ਗਿਆਨੀ ਅਨੰਤ ਲੋਚਨੰ। ਧਾਰਮਿਕ ਵਿਦਵਾਨ ਕਹਿੰਦੇ ਹਨ ਕਿ ਦੋ ਨੇਤਰ ਹਰੇਕ ਇਨਸਾਨ ਦੇ ਹੁੰਦੇ, ਸਭ ਦੇ ਹੀ ਦੋ ਨੇਤਰ ਹੈ। ਅਤੇ ਇਸੇ ਪ੍ਰਕਾਰ ਹੀ ਕਹਿੰਦੇ ਤ੍ਰੈ ਲੋਚਨ ਵਿਦਵਾਨੰ, ਜਿਹੜਾ ਕੋਈ ਵਿਦਿਆ ਨੂੰ ਪੜ੍ਹਿਆ ਹੋਇਆ, ਜਿਹੜਾ ਵੇਦਾਂ ਸ਼ਾਸਤਰਾਂ ਦਾ ਜਾਣੂ ਹੈ, ਉਹਦੇ ਕੋਲ ਤਿੰਨ ਨੇਤਰ ਹੁੰਦੇ। ਦੋ ਤੇ ਜਿਹੜੇ ਆ ਪ੍ਰਤੱਖ ਹੈ, ਤੀਸਰਾ ਵਿਦਿਆ ਦਾ। ਜਿਵੇਂ ਆਪਾਂ ਆਮ ਕਹਿ ਦਿੰਦੇ ਹਾਂ ਵੀ ਵਿਦਿਆ ਤੀਜਾ ਨੇਤਰ ਹੈ। ਗਿਆਨ ਜਿਹੜਾ ਉਹ ਤੀਸਰੀ ਅੱਖ ਹੈ, ਜਿਹਦੇ ਦੁਆਰਾ ਇਨਸਾਨ ਜਿਹੜਾ ਉਹ ਗਿਆਨਵਾਨ ਬਣਦਾ, ਸਮਝ ਵਾਲਾ ਬਣਦਾ। ਵਿਦਵਾਨ ਦੇ ਕੋਲ ਤਿੰਨ ਨੇਤਰ ਮੰਨੇ। ਇਸੇ ਤਰ੍ਹਾਂ ਹੀ ਕਹਿੰਦੇ ਸਪਤ ਲੋਚਨ ਧਰਮਾਤਮਾ, ਜਿਹੜਾ ਕੋਈ ਧਰਮੀ ਹੈ ਉਹਦੇ ਕੋਲ ਸੱਤ ਨੇਤਰ ਹੈ। ਅਤੇ ਜਿੱਥੇ ਉਹਦੇ ਕੋਲ ਪ੍ਰਤੱਖ ਨੇਤਰਾਂ ਦੇ ਨਾਲ ਉਹ ਦੇਖਦਾ, ਉੱਥੇ ਉਹਦੇ ਕੋਲ ਵਿਦਿਆ ਦਾ ਵੀ ਨੇਤਰ ਹੈ। ਫਿਰ ਉਹਦੇ ਕੋਲ ਜਿਹੜੇ ਚੰਗੇ ਗੁਣ ਹਨ ਚਾਰ, ਸਤ, ਸੰਤੋਖ, ਦਇਆ, ਧੀਰਜ, ਇਹ ਜਿਹੜੇ ਚਾਰ ਗੁਣ ਹਨ ਇਹ ਵੀ ਉਹਦੇ ਨੇਤਰ ਹੈ। ਕਿਉਂਕਿ ਜਦੋਂ ਕਿਸੇ 'ਤੇ ਉਹ ਦਇਆ ਕਰਦਾ ਉਦੋਂ ਨਹੀਂ ਵੇਖਦਾ ਵੀ ਇਹਦਾ ਧਰਮ ਕੀ ਹੈ, ਇਹਦੀ ਜਾਤ ਕੀ ਹੈ, ਇਹਦੀ ਮਜ਼ਹਬ ਕੀ ਹੈ, ਇਹਦਾ ਗੋਤ ਕੀ ਹੈ। ਇਸ ਕਰਕੇ ਉਹਦੇ ਕੋਲ, ਧਰਮੀ ਦੇ ਕੋਲ, ਇਹ ਦਇਆ ਦਾ ਨੇਤਰ ਹੈ। ਇਸੇ ਪ੍ਰਕਾਰ ਹੀ ਸੱਤ, ਜਦੋਂ ਉਹਨੇ ਸੱਚ ਦਾ ਸਾਥ ਦੇਣਾ, ਸੱਚ ਬੋਲਣਾ, ਉਦੋਂ ਵੀ ਉਹਨੇ ਪਰਮੇਸ਼ਰ ਨੂੰ ਹੀ ਹਾਜ਼ਰ ਜਾਣਨਾ। ਇਸੇ ਪ੍ਰਕਾਰ ਹੀ ਗਿਆਨੀ ਅਨੰਤ ਲੋਚਨ, ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ
ਜਿਹੜਾ ਪਰਮੇਸ਼ਰ ਦੀ ਭਗਤੀ ਕਰਨ ਵਾਲਾ, ਨਾਮ ਦੀ ਕਮਾਈ ਵਾਲਾ, ਉਹਦੇ ਅਣਗਿਣਤੀ ਨੇਤਰ ਹੁੰਦੇ। ਉਹ ਅਣਗਿਣਤ ਨੇਤਰਾਂ ਦੁਆਰਾ ਸਭ ਕੁਝ ਹੀ ਉਹ ਵੇਖ ਸਕਦਾ। ਤ੍ਰਿਕਾਲਦਰਸ਼ੀ ਜਿਨ੍ਹਾਂ ਨੂੰ ਆਖਿਆ ਜਾਂਦਾ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਸੀਂ ਨੇਤਰਾਂ ਦੁਆਰਾ ਉਸ ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਦੇਖਦੇ। ਨੈਣ ਰਹਿ ਰੰਗ ਲਾਈ। ਭਗਤ ਜੀ ਕਹਿੰਦੇ, ਸਾਡੇ ਜਿਹੜੇ ਨੈਣ ਨੇਤਰ ਹਨ, ਰਹੇ ਰੰਗ ਲਾਈ। ਹੁਣ ਉਹ ਪਰਮੇਸ਼ਰ ਦਾ ਹੀ ਜਿਹੜਾ ਪ੍ਰੇਮ ਰੂਪੀ ਰੰਗ ਹੈ, ਉਹ ਇਹਨਾਂ ਨੂੰ ਲੱਗ ਗਿਆ। ਜਿਹੜੇ ਕਮਾਈ ਵਾਲੇ ਹਨ, ਉਹਨਾਂ ਦੀਆਂ ਅੱਖਾਂ, ਉਹਨਾਂ ਦੇ ਨੇਤਰ ਜਿਹੜੇ ਆ, ਉਹ ਵੀ ਵਿਲੱਖਣ ਹੀ ਹੁੰਦੇ। ਐਸੀ ਉਹਨਾਂ ਦੇ ਵਿੱਚ ਇੱਕ ਕਲਾ ਹੁੰਦੀ ਹੈ, ਜਿੱਧਰ ਨਿਗਾਹ ਕਰ ਦਿੰਦੇ ਹੈ, ਉੱਧਰ ਸਭ ਦੇ ਮਨ ਜਿਹੜੇ ਆ ਉਹ ਬਦਲ ਜਾਂਦੇ। ਮਨ ਦੇ ਜਿੰਨੇ ਹਾਵ ਭਾਵ ਹੈ, ਵਿਕਾਰ ਫੁਰਨੇ ਹੈ, ਸਭ ਸ਼ਾਂਤ ਕਰ ਦਿੰਦੇ। ਕਿਉਂਕਿ ਉਹ ਨੇਤਰ ਜਿਹੜੇ ਹੈ ਬੜੇ ਅਮੋਲਕ ਬਣ ਜਾਂਦੇ। ਨੈਣ ਰਹੇ ਰੰਗ ਲਾਈ। ਜਿਨ੍ਹਾਂ ਨੇਤਰਾਂ ਨੂੰ ਹਰੀ ਪਰਮੇਸ਼ਰ ਦੇ ਨਾਮ ਦਾ ਰੰਗ, ਉਹਦੀ ਮਸਤੀ ਲੱਗ ਗਈ ਹੈ। ਅਬ ਬੇਗਲ ਕਹਿਨ ਨਾ ਜਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਬ ਬੇਗਲ, ਹੋਰ ਜਿਹੜੀ ਗੱਲ ਹੈ, ਦੂਸਰੀ ਗੱਲ ਹੈ ਦੂਜੇ ਪੁਣੇ ਵਾਲੀ, ਉਹ ਕਹੀ ਨਹੀਂ ਜਾ ਸਕਦੀ। ਹੁਣ ਦਵੈਤ ਜਿਹੜੀ ਹੈ, ਉਸ ਨੂੰ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਉਹਨਾਂ ਦੀ ਸਮਦ੍ਰਿਸ਼ਟੀ ਹੋ ਗਈ, ਸਮਾਨ ਨਿਗਾਹ ਹੋ ਗਈ। ਸਭ ਦੇ ਵਿੱਚ ਉਹ ਇੱਕ ਜੋਤ ਨੂੰ ਵੇਖਦੇ ਹੈ। ਜਿਵੇਂ ਭਾਈ ਕਨ੍ਹੱਈਆ ਜੀ ਦੀ ਸਾਖੀ ਆਉਂਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਜਦੋਂ ਮੁਗਲਾਂ ਦੇ ਨਾਲ ਜੰਗ ਯੁੱਧ ਹੁੰਦੇ, ਭੰਗਾਣੀ ਦਾ ਜੰਗ ਹੋਇਆ, ਅਤੇ ਉਸ ਸਮੇਂ ਭਾਈ ਕਨ੍ਹੱਈਆ ਜੀ ਦੀ ਡਿਊਟੀ ਸਤਿਗੁਰਾਂ ਨੇ ਲਾਈ ਵੀ ਜਲ ਛਕਾਉਣਾ। ਅਤੇ ਭਾਈ ਕਨ੍ਹੱਈਆ ਜੀ ਮਸ਼ਕਾਂ ਭਰ ਕੇ ਜੰਗ ਦੇ ਵਿੱਚ ਪਾਣੀ ਪਿਆਉਂਦੇ ਆ। ਜਿਹੜੇ ਸਿੰਘ ਹੈ, ਸਿੱਖ ਹੈ, ਉਹ ਲੜਦੇ ਹੈ, ਮੁਗਲਾਂ ਨੂੰ ਫੱਟੜ ਕਰਦੇ ਹੈ, ਜ਼ਖਮੀ ਕਰਦੇ ਹੈ, ਉਹਨਾਂ ਨੂੰ ਥੱਲੇ ਸੁੱਟਦੇ ਹੈ। ਭਾਈ ਕਨ੍ਹੱਈਆ ਜੀ ਉਹਨਾਂ ਨੂੰ ਪਾਣੀ ਪਿਆ ਆਉਂਦੇ, ਉਹ ਫਿਰ ਤਕੜੇ ਹੋ ਜਾਂਦੇ। ਅਤੇ ਸਿੱਖਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ, ਭਾਈ ਕਨ੍ਹੱਈਆ ਜਿਹੜਾ ਇਹ ਰਲ ਗਿਆ ਮੁਗਲਾਂ ਦੇ ਨਾਲ, ਉਹਨਾਂ ਦੀ ਮਦਦ ਕਰਦਾ, ਉਹਨਾਂ ਨੂੰ ਪਾਣੀ ਪਿਆਉਂਦਾ। ਅਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ, ਅਤੇ ਭਾਈ ਕਨ੍ਹੱਈਆ ਜੀ ਕਹਿਣ ਲੱਗੇ, ਮਹਾਰਾਜ, ਨਾ ਤਾਂ ਸਿੱਖ ਦਿਸਦੇ ਹੈ, ਨਾ ਮੁਸਲਮਾਨ ਦਿਸਦੇ ਹੈ, ਮੈਂ ਤਾਂ ਪਾਣੀ ਤੁਹਾਨੂੰ ਪਿਆਉਣਾ, ਕਿ ਸਭ ਦੇ ਵਿੱਚ ਤੁਸੀਂ ਦਿਸਦੇ ਹੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੜ ਰਹੇ ਆ, ਉਹੀ ਪਾਣੀ ਪੀ ਰਹੇ ਆ। ਤੁਹਾਡੀ ਜੋਤ ਹੀ, ਤੁਹਾਡਾ ਹੀ ਸਰੂਪ ਸਭ ਦੇ ਵਿੱਚ ਦਿਸਦਾ। ਐਸੀ ਸਮਾਨ ਦ੍ਰਿਸ਼ਟੀ ਫਿਰ ਸਤਿਗੁਰਾਂ ਨੇ ਨਾਲ ਮਲਮ ਪੱਟੀ ਵੀ ਦਿੱਤੀ ਵੀ ਇਹ ਵੀ ਸੇਵਾ ਨਾਲ ਕਰਨੀ। ਵੀ ਐਸੀ ਅਵਸਥਾ ਵਾਲੇ ਜਿਨ੍ਹਾਂ ਦੇ ਅੰਦਰ ਇਹ ਕੋਈ ਦੂਜਾ ਪੁਣਾ ਨਹੀਂ ਵੀ ਇਹ ਚੰਗਾ, ਇਹ ਮਾੜਾ, ਇਹ ਸਿੱਖ, ਇਹ ਹਿੰਦੂ, ਇਹ ਮੁਸਲਮਾਨ, ਇਹ ਬੋਧੀ, ਇਹ ਜੈਨੀ, ਇਹ ਦਵੈਤ ਵਾਲੀ ਜਿਹੜੀ ਭਾਵਨਾ ਅੰਦਰ ਨਹੀਂ ਹੁੰਦੀ। ਕੇਵਲ ਇੱਕੋ ਪਰਮ ਜੋਤ ਜਿਹੜੀ ਪਰਮੇਸ਼ਰ ਦੀ, ਉਹਨੂੰ ਵੇਖਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਬ ਬੇਗਲ ਕਹਿਨ ਨਾ ਜਾਈ। ਹੁਣ ਜਿਹੜੀ ਬੇਗਲ ਦੂਸਰੀ ਗੱਲ ਹੈ ਦਵੈਤ ਵਾਲੀ, ਉਹ ਕਹੀ ਨਹੀਂ ਜਾ ਸਕਦੀ। ਹਮਰਾ ਭਰਮ ਗਿਆ ਭਉ ਭਾਗਾ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਹੁਣ ਸਾਡਾ ਜਿਹੜਾ ਭਰਮ ਸੀ ਉਹ ਵੀ ਚਲਿਆ ਗਿਆ, ਅਤੇ ਭਉ ਜਿਹੜਾ ਡਰ ਸੀ ਮੌਤ ਦਾ, ਉਹ ਵੀ ਭੱਜ ਗਿਆ ਹੈ। ਜਬ ਰਾਮ ਨਾਮ ਚਿੱਤ ਲਾਗਾ। ਕਿਉਂਕਿ ਸਾਡਾ ਜਦੋਂ ਦਾ ਚਿੱਤ ਜਿਹੜਾ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗਾ ਹੈ। ਨਾਮ ਦੇ ਵਿੱਚ ਐਸੀ ਬਰਕਤ ਹੈ ਵੀ ਜਿਹਦਾ ਚਿੱਤ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗਣ ਲੱਗ ਜਾਏ, ਉਹਦੇ ਅੰਦਰੋਂ ਇਹ ਸੰਸਾਰ ਦਾ ਭਰਮ, ਮੌਤ ਦਾ ਡਰ, ਹੋਰ ਜਿੰਨੇ ਡਰ ਹੈ, ਇਹ ਸਭ ਦੂਰ ਹੋਣ ਲੱਗ ਜਾਂਦੇ। ਕਿਉਂਕਿ ਪਰਮੇਸ਼ਰ ਦੇ ਨਾਮ ਦੇ ਅੰਦਰ ਐਸੀ ਸੱਤਾ ਹੈ। ਨਾਮ ਪਰਮੇਸ਼ਰ ਦਾ ਹੈ ਅਤੇ ਪਰਮੇਸ਼ਰ ਸੱਚ ਸਰੂਪ ਹੈ। ਅਤੇ ਜਦੋਂ ਉਹ ਪਰਮੇਸ਼ਰ ਦੀ ਅੰਦਰ ਜੀਵ ਨੂੰ ਲਖਤਾ ਹੋਣ ਲੱਗ ਜਾਂਦੀ ਹੈ, ਆਤਮਾ ਅਤੇ ਪਰਮਾਤਮਾ ਦੀ ਏਕਤਾ ਹੋਣ ਲੱਗ ਜਾਂਦੀ ਹੈ, ਫਿਰ ਜੀਵ ਦਾ ਭਰਮ ਅਤੇ ਭਉ ਇਹ ਦੂਰ ਹੋ ਜਾਂਦੇ ਹਨ। ਰਹਾਉ
ਬਾਜੀਗਰ ਡੰਕ ਬਜਾਈ। ਭਗਤ ਕਬੀਰ ਸਾਹਿਬ ਜੀ ਦੇ ਪਾਸ ਜਗਿਆਸੂ ਨੇ ਬੇਨਤੀ ਕੀਤੀ ਜੀ ਇਹ ਸੰਸਾਰ ਫਿਰ ਕਿਵੇਂ ਪ੍ਰਤੀਤ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹਨ, ਬਾਜੀਗਰ ਡੰਕ ਬਜਾਈ, ਕਿ ਜਿਵੇਂ ਇੱਕ ਕੋਈ ਤਮਾਸ਼ਾ ਕਰਨ ਵਾਲਾ ਹੁੰਦਾ, ਬਾਜੀਆਂ ਨੂੰ ਪਾਉਣ ਵਾਲਾ, ਤਰ੍ਹਾਂ ਤਰ੍ਹਾਂ ਦੀਆਂ ਉਹ ਬਾਜੀਆਂ ਪਾਉਂਦਾ, ਖੇਡਾਂ ਕਰਦਾ, ਉਹਨੂੰ ਬਾਜੀਗਰ ਕਹਿੰਦੇ। ਵੀ ਉਸ ਨੇ ਡੰਕ ਵਜਾਈ, ਕਿ ਉਹਨੇ ਜਿਵੇਂ ਆਪਣਾ ਉਹ ਡਮਰੂ ਵਜਾਉਂਦਾ ਅਤੇ ਡਮਰੂ ਨੂੰ ਵਜਾ ਕੇ ਉਹ ਖੇਡਾਂ ਕਰਦਾ ਹੈ। ਸਭ ਖਲਕ ਤਮਾਸ਼ੇ ਆਈ। ਅਤੇ ਜਿੰਨੀ ਖਲਕਤ ਹੈ, ਜਿੰਨੀ ਦੁਨੀਆ ਹੈ, ਲੋਕ ਹਨ, ਉਹਦਾ ਡਮਰੂ ਸੁਣ ਕੇ ਆਉਂਦੇ ਹੈ, ਤਮਾਸ਼ੇ ਨੂੰ ਵੇਖਦੇ ਹੈ, ਉਹ ਖੇਡਾਂ ਕਰਦਾ, ਬੜੀਆਂ ਅਸਚਰਜ ਕੌਤਕ ਉਹ ਕਰਦਾ। ਉਹਦੇ ਕੋਲ ਆਪਣੀ ਇੱਕ ਚਾਦਰ ਜੀ ਹੁੰਦੀ, ਉਹਦੇ ਵਿੱਚੋਂ ਚੀਜ਼ਾਂ ਕੱਢ ਕੱਢ ਕੇ ਦਿਖਾਈ ਜਾਂਦਾ, ਲੋਕ ਵੇਖਦੇ ਆ, ਇਕੱਠ ਲੱਗ ਜਾਂਦਾ, ਤਾੜੀਆਂ ਮਾਰਦੇ ਆ ਵੀ ਤਮਾਸ਼ਾ ਲੱਗਿਆ, ਉਹਨੂੰ ਲੋਕ ਵੇਖਦੇ ਹਨ। ਬਾਜੀਗਰ ਸਵਾਂਗ ਸਕੇਲਾ। ਕਹਿੰਦੇ ਜਦੋਂ ਉਹ ਆਪਣੀ ਖੇਡ ਜਿਹੜੀ ਦਿਖਾ ਲੈਂਦਾ, ਉਹ ਬਾਅਦ ਦੇ ਵਿੱਚ ਕੀ ਕਰਦਾ, ਬਾਜੀਗਰ ਸਵਾਂਗ ਸਕੇਲਾ, ਉਹ ਜਿੰਨਾ ਉਹਨੇ ਸਵਾਂਗ ਰਚਿਆ ਹੁੰਦਾ, ਜਿੰਨਾ ਉਹਨੇ ਕੌਤਕ ਜਿਹਾ ਦਿਖਾਇਆ ਹੁੰਦਾ, ਜਦੋਂ ਉਹ ਸਾਰਾ ਇਕੱਠਾ ਕਰ ਲੈਂਦਾ, ਚਾਦਰ ਝਾੜ ਦਿੰਦਾ, ਸਾਰਾ ਕੁਝ ਸਿਮਟ ਦਿੰਦਾ, ਕੁਝ ਵੀ ਨਹੀਂ ਰਹਿੰਦਾ। ਆਪਣੇ ਰੰਗ ਰਵੈ ਅਕੇਲਾ। ਫਿਰ ਉਹ ਆਪਣੇ ਉਸੇ ਰੰਗ ਦੇ ਵਿੱਚ ਫਿਰ ਇਕੱਲਾ ਹੀ ਰਹਿ ਜਾਂਦਾ, ਫਿਰ ਉਹਦੇ ਕੋਲ ਕੁਝ ਨਹੀਂ ਹੁੰਦਾ। ਉਹ ਬਾਜੀਗਰ ਹੀ ਸਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਦਿਖਾਈ ਜਾਂਦਾ, ਉਹੀ ਫਿਰ ਸਾਰਾ ਕੁਝ ਸਮੇਟ ਲੈਂਦਾ, ਬਾਅਦ ਦੇ ਵਿੱਚ ਫਿਰ ਉਹ ਇਕੱਲਾ ਹੀ ਰਹਿੰਦਾ, ਕੁਝ ਨਹੀਂ ਹੁੰਦਾ ਉਹਦੇ ਕੋਲ। ਅਤੇ ਨਹੀਂ, ਉਹ ਕਿੰਨਾ ਕੁਝ ਦਿਖਾਈ ਜਾਂਦਾ ਉਹਦੇ ਵਿੱਚੋਂ ਕੱਢ ਕੱਢ ਕੇ, ਹੁੰਦਾ ਉਹਦੇ ਕੋਲ ਬਾਅਦ ਦੇ ਵਿੱਚ ਕੁਝ ਵੀ ਨਹੀਂ, ਫਿਰ ਖਾਲੀ ਹੁੰਦਾ, ਇਕੱਲਾ ਹੀ ਹੁੰਦਾ। ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਜਿਹੜਾ ਹੈ, ਉਸ ਨੇ ਆਪਣੀ ਮਾਇਆ ਦੀ ਜਿਹੜੀ ਡੁਗਡੁਗੀ ਹੈ ਇਹਨੂੰ ਵਜਾਇਆ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕਿ ਉਹ ਪਰਮੇਸ਼ਰ ਨੇ ਆਪਣੇ ਇੱਕੋ ਸ਼ਬਦ ਦੇ ਨਾਲ ਇਹ ਸਾਰਾ ਸੰਸਾਰ ਜਿਹੜਾ ਇਹ ਤਮਾਸ਼ੇ ਵਾਂਗੂ ਰਚ ਦਿੱਤਾ, ਅਤੇ ਇਹਦੇ ਵਿੱਚ ਸਭ ਖਲਕ ਤਮਾਸ਼ੇ ਆਈ। ਸਾਰੇ ਜੀਵ ਜਿਹੜੇ ਹੈ ਇਸ ਤਮਾਸ਼ੇ ਨੂੰ, ਸੰਸਾਰ ਨੂੰ ਵੇਖ ਰਹੇ ਹੈ। ਅਤੇ ਜਿਸ ਸਮੇਂ ਉਹ ਪਰਮੇਸ਼ਰ ਵਾਹਿਗੁਰੂ ਆਪਣੀ ਪਰਲੋ ਲੈ ਕੇ ਆਉਂਦਾ, ਸਭ ਕੁਝ ਸਮੇਟ ਦਿੰਦਾ, ਉਦੋਂ ਉਹ ਫਿਰ ਇਕੱਲਾ ਰਹਿ ਜਾਂਦਾ। ਇਸੇ ਪ੍ਰਕਾਰ ਹੀ ਜਿੰਨਾ ਪਸਾਰਾ ਹੈ ਸਭ ਮਾਇਆ ਦੀ ਉਪਾਧੀ ਕਰਕੇ ਹੈ। ਮਾਇਆ ਜਿਹੜੀ ਹੈ ਉਸੇ ਦੁਆਰਾ ਹੀ ਇਹ ਸੰਸਾਰ ਜਿਹੜਾ ਪ੍ਰਤੀਤ ਹੁੰਦਾ, ਅਤੇ ਸਰੀਰ ਜਿਹੜੇ ਇਹ ਵੀ ਮਾਇਆ ਕਰਕੇ ਪ੍ਰਤੀਤ ਹੁੰਦੇ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਤਮਾਸ਼ਗੀਰ ਦੀ ਖੇਡ ਹੁੰਦੀ ਹੈ, ਉਹ ਸਭ ਕੁਝ ਦਿਖਾਈ ਜਾਂਦਾ, ਬਾਅਦ ਦੇ ਵਿੱਚ ਫਿਰ ਇਕੱਲਾ ਹੈ। ਇਸੇ ਤਰ੍ਹਾਂ ਹੀ ਉਹ ਪਰਮੇਸ਼ਰ ਜਿਹੜਾ ਉਹ ਇਕੱਲਾ ਹੀ ਹੈ, ਉਹ ਉਸੇ ਤਰ੍ਹਾਂ ਹੀ ਨਿਰਲੇਪ ਹੈ ਸਾਰੀਆਂ ਚੀਜ਼ਾਂ ਤੋਂ, ਅਤੇ ਉਹਦੇ ਵਿੱਚੋਂ ਹੀ ਇਹ ਸੰਸਾਰ, ਚਾਰ ਖਾਣੀਆਂ, ਇਸੇ ਤਰ੍ਹਾਂ ਚਾਰ ਯੁੱਗ, ਤਿੰਨ ਕਾਲ, ਸਭ ਕੁਝ ਉਹ ਪਰਮੇਸ਼ਰ ਨੇ ਰਚਿਆ। ਪਰ ਇਹ ਰਚਿਆ ਹੋਇਆ ਫਿਰ ਉਹ ਬਾਅਦ ਦੇ ਵਿੱਚ ਇਕੱਲਾ ਹੀ ਹੈ। ਕਥਨੀ ਕਹਿ ਭਰਮ ਨਾ ਜਾਈ। ਅਤੇ ਭਗਤ ਕਬੀਰ ਸਾਹਿਬ ਜੀ ਨੂੰ ਫਿਰ ਜਗਿਆਸੂ ਨੇ ਬੇਨਤੀ ਕੀਤੀ, ਜੀ ਇਹ ਤਾਂ ਮੈਨੂੰ ਪਤਾ ਹੈ, ਇਹ ਤਾਂ ਵੇਦ ਸ਼ਾਸਤਰ ਕਹਿੰਦੇ ਹੈ ਵੀ ਉਹ ਪਰਮੇਸ਼ਰ ਨੇ ਮਾਇਆ ਤੋਂ ਇਹ ਸ੍ਰਿਸ਼ਟੀ ਰਚੀ ਹੈ, ਫਿਰ ਉਹਨੇ ਚਾਰ ਖਾਣੀਆਂ ਰਚੀਆਂ, ਚਾਰ ਯੁੱਗ ਬਣਾਏ ਹੈ, ਸਭ ਕੁਝ ਉਹਨੇ ਬਣਾਇਆ, ਇਹਨਾਂ ਤੋਂ ਦੂਰ ਵੀ ਹੈ। ਵੀ ਇਹ ਸਭ ਕੁਝ ਤਾਂ ਪਤਾ ਹੈ, ਪਰ ਫਿਰ ਵੀ ਉਹ ਅੰਦਰੋਂ ਭਰਮ ਨਹੀਂ ਜਾਂਦਾ। ਸਾਰਾ ਕੁਝ ਸੁਣਿਆ ਪੜ੍ਹਿਆ ਜੀਵ ਨੇ, ਪਰ ਫਿਰ ਵੀ ਜਿਹੜਾ ਅੰਦਰ ਭਰਮ ਹੈ ਉਹ ਦੂਰ ਨਹੀਂ ਹੁੰਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਥਨੀ ਕਹਿ ਭਰਮ ਨਾ ਜਾਈ। ਕੇਵਲ ਕਥਨ ਕਰਨ ਦੇ ਨਾਲ, ਉਸ ਗਿਆਨ ਨੂੰ ਸੁਣਾਉਣ ਦੇ ਨਾਲ, ਪੜ੍ਹਨ ਦੇ ਨਾਲ ਜਿਹੜਾ ਅੰਦਰਲਾ ਭਰਮ ਹੈ ਉਹ ਦੂਰ ਨਹੀਂ ਹੁੰਦਾ। ਸਭ ਕਥ ਕਥ ਰਹੀ ਲੁਕਾਈ। ਕਿ ਸਾਰੀ ਇਹ ਲੁਕਾਈ ਸ੍ਰਿਸ਼ਟੀ ਜਿਹੜੀ ਹੈ ਉਹ ਕਥਨ ਕਰ ਕਰਕੇ ਰਹਿ ਗਈ ਹੈ। ਰਿਸ਼ੀਆਂ ਮੁਨੀਆਂ ਨੇ, ਹੋਰ ਧਾਰਮਿਕ ਸ਼ਖਸੀਅਤਾਂ ਨੇ ਬੜਾ ਕਥਨ ਕੀਤਾ। ਕਥ ਕਥ ਕਥੀ ਕੋਟੀ ਕੋਟ ਕੋਟ, ਬਹੁਤ ਕਥਨ ਹੋਇਆ ਪਰਮੇਸ਼ਰ ਦੇ ਸੰਬੰਧ ਦੇ ਵਿੱਚ, ਵੀ ਉਹ ਪਰਮੇਸ਼ਰ ਇੱਦਾਂ ਦਾ ਹੈ, ਇੱਦਾਂ ਦਾ ਹੈ।
ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਵਲ ਕਥਨ ਕਰਨ ਦੇ ਨਾਲ ਅੰਦਰਲਾ ਜਿਹੜਾ ਭਰਮ ਹੈ ਉਹ ਦੂਰ ਨਹੀਂ ਹੁੰਦਾ। ਜਾ ਕੋ ਗੁਰਮੁਖ ਆਪ 부ਝਾਈ। ਫਿਰ ਇਹ ਭਰਮ ਦੂਰ ਕਿਵੇਂ ਹੁੰਦਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਕੋ ਗੁਰਮੁਖ ਆਪ 부ਝਾਈ, ਕਿ ਜਿਨ੍ਹਾਂ ਨੂੰ ਮੁਖੀ ਗੁਰਾਂ ਨੇ ਆਪ 부ਝਾਈ ਕਿ ਇਹ ਬੁਝਾ ਦਿੱਤਾ, ਗਿਆਨ ਕਰਾ ਦਿੱਤਾ, ਜਾਂ ਜਿਨ੍ਹਾਂ ਨੂੰ ਆਪਣੇ ਆਪੇ ਤੋਂ ਜਾਣੂ ਕਰਾ ਦਿੱਤਾ। ਜਿੰਨਾ ਚਿਰ ਜੀਵ ਨੂੰ ਆਪਣੇ ਆਪੇ ਦੀ ਨਹੀਂ ਸਮਝ ਲੱਗਦੀ ਵੀ ਤੇਰੀ ਹਸਤੀ ਕੀ ਹੈ, ਵਜੂਦ ਕੀ ਹੈ, ਤੇਰਾ ਅਸਲੀ ਰੂਪ ਕੀ ਹੈ, ਉਹਦਾ ਗਿਆਨ ਨਹੀਂ ਹੁੰਦਾ ਜਿੰਨਾ ਚਿਰ, ਉਹਨਾਂ ਚਿਰ ਜੀਵ ਭਰਮ ਦੇ ਵਿੱਚ ਹੈ। ਉਹਨਾਂ ਚਿਰ ਇਹਨੂੰ ਸਰੀਰ ਸੱਚਾ ਲੱਗਦਾ, ਇਹ ਸੰਸਾਰ ਸੱਚਾ ਲੱਗਦਾ, ਸੁੱਖ ਸੱਚੇ ਲੱਗਦੇ, ਉਹਨਾਂ ਚਿਰ ਇਹਦੇ ਅੰਦਰ ਉਹ ਭਰਮ ਪਿਆ ਰਹਿੰਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਮੁਖੀ ਗੁਰਾਂ ਨੇ ਆਪਣੇ ਆਪੇ ਤੋਂ ਜਾਣੂ ਕਰਾ ਦਿੱਤਾ ਵੀ ਤੇਰਾ ਆਪਾ ਕੀ ਹੈ, ਨਾ ਤੇ ਤੂੰ ਸਰੀਰ ਹੈ, ਨਾ ਤੂੰ ਮਨ ਹੈ, ਨਾ ਤੂੰ ਬੁੱਧੀ ਹੈ, ਤੂੰ ਉਹ ਚੀਜ਼ ਹੈ ਜਿਹੜੀ ਵਿੱਚੋਂ ਨਿਕਲ ਜਾਏ ਤੇ ਸਰੀਰ ਪਿੱਛੇ ਰਹਿ ਜਾਂਦਾ, ਉਹ ਆਤਮਾ ਹੈ, ਉਹਦੇ ਤੱਕ ਤੂੰ ਪਹੁੰਚਣਾ ਹੈ ਨਾਮ ਦੀ ਕਮਾਈ ਦੁਆਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਕੋ ਗੁਰਮੁਖ ਆਪ 부ਝਾਈ, ਜਿਨ੍ਹਾਂ ਨੂੰ ਮੁਖੀ ਗੁਰਾਂ ਨੇ ਆਪਣੇ ਆਪੇ ਦਾ ਗਿਆਨ ਇਹ ਸਮਝ ਕਰਾ ਦਿੱਤੀ ਹੈ। ਤਾ ਕਿ ਹਿਰਦੈ ਰਹਿਆ ਸਮਾਈ। ਉਹਨਾਂ ਦੇ ਹਿਰਦੇ ਦੇ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਸਮਾ ਰਿਹਾ ਹੈ। ਸਭ ਦੇ ਅੰਦਰ ਉਹ ਪਰਮੇਸ਼ਰ ਹੈ, ਉਹਦੀ ਸੱਤਾ ਹੈ, ਉਹ ਆਪ ਹੀ ਬੈਠਾ ਹੈ। ਪਰ ਜੀਵ ਨੂੰ ਓਨਾ ਚਿਰ ਨਹੀਂ ਪਤਾ ਚੱਲਦਾ ਜਿੰਨਾ ਚਿਰ ਭਰਮ ਦੂਰ ਨਹੀਂ ਹੁੰਦਾ। ਜਿਵੇਂ ਸ਼ੀਸ਼ੇ ਦੇ ਵਿੱਚ ਆਪਾਂ ਜਾ ਕੇ ਖੜ੍ਹਦੇ ਹਾਂ ਅਤੇ ਦੇਖਦੇ ਹਾਂ, ਸ਼ੀਸ਼ੇ ਦੇ ਵਿੱਚ ਆਪਣਾ ਅਕਸ਼ ਦਿਸਦਾ, ਆਪਾਂ ਨੂੰ ਆਪਣਾ ਮੂੰਹ ਦਿਸਦਾ, ਆਪਾਂ ਨੂੰ ਆਪਣਾ ਸਰੂਪ ਦਿਸਦਾ ਵੀ ਆਹ ਮੇਰਾ ਨੱਕ ਹੈ, ਕੰਨ ਹੈ, ਅੱਖਾਂ ਹੈ, ਮੂੰਹ ਹੈ ਮੇਰਾ, ਪੱਗ ਕਿੱਦਾਂ ਦੀ ਬੱਧੀ ਹੈ, ਸਾਰਾ ਕੁਝ ਦਿਸਦਾ। ਜੇ ਉਹ ਸ਼ੀਸ਼ਾ ਜਿਹੜਾ ਉਹ ਖਰਾਬ ਹੋਵੇ, ਸ਼ੀਸ਼ੇ 'ਤੇ ਸਵਾਹ ਪਈ ਹੋਵੇ, ਥੰਧਿਆਈ ਹੋਵੇ, ਉਹਦੇ ਵਿੱਚ ਸਾਫ ਸੁਥਰਾ ਨਾ ਹੋਵੇ, ਫਿਰ ਨਹੀਂ ਕੁਝ ਵੀ ਦਿਸਦਾ। ਫਿਰ ਜੀਵ ਨੂੰ ਪਤਾ ਹੀ ਨਹੀਂ ਚੱਲਦਾ ਵੀ ਇਹ ਮੇਰਾ ਹੀ ਮੂੰਹ ਸਿਰ ਹੈ, ਨੱਕ ਪੈਰ ਹੈ ਜਾਂ ਕਿਸੇ ਹੋਰ ਦਾ। ਇਸੇ ਤਰ੍ਹਾਂ ਹੀ ਜਿਹੜਾ ਮਨ ਹੈ ਸ਼ੀਸ਼ੇ ਵਰਗਾ ਹੈ। ਜਦੋਂ ਮਨ ਜਿਹੜਾ ਇਹ ਮੈਲਾ ਹੈ, ਇਹਦੇ 'ਤੇ ਮੈਲ ਜੰਮੀ ਹੈ, ਔਗਣ ਵਿਕਾਰ, ਤਰ੍ਹਾਂ ਤਰ੍ਹਾਂ ਦੇ ਦੋਸ਼, ਇਹ ਔਗਣ ਜਿੰਨੇ ਆ ਮਨ ਜਿਹੜਾ ਉਹ ਮਲੀਨ ਹੈ। ਅਤੇ ਮਨ ਜਿਹੜਾ ਇਹਨੂੰ ਜਦੋਂ ਸਾਫ਼ ਕਰਦੇ ਆਪਾਂ ਨਾਮ ਦੁਆਰਾ, ਕਮਾਈ ਦੁਆਰਾ, ਬਾਣੀ ਦੁਆਰਾ, ਜਦੋਂ ਮਨ ਸਾਫ਼ ਹੋ ਜਾਏ, ਸੁਥਰਾ ਹੋ ਜਾਏ, ਉਜਲਾ ਹੋ ਜਾਏ, ਮਨ ਟਿਕ ਜਾਏ, ਫਿਰ ਉਹ ਟਿਕੇ ਹੋਏ ਮਨ ਦੇ ਵਿੱਚੋਂ ਜੀਵ ਨੂੰ ਪਤਾ ਚੱਲਦਾ ਵੀ ਤੂੰ ਕੀ ਚੀਜ਼ ਹੈ। ਫਿਰ ਇਹਦਾ ਆਪਣਾ ਅਸਲੀ ਆਪਾ ਜਿਹੜਾ ਉਹਦੀ ਇਹਨੂੰ ਪਛਾਣ ਹੁੰਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਤਾ ਕੈ ਹਿਰਦੈ ਰਹਿਆ ਸਮਾਈ। ਉਹਨਾਂ ਦੇ ਹਿਰਦੇ ਦੇ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਸਮਾਇਆ ਰਹਿੰਦਾ ਹੈ ਅਤੇ ਉਹਦੀ ਉਹ ਪ੍ਰਾਪਤੀ ਗੁਰੂ ਦੁਆਰਾ ਕਰ ਲੈਂਦੇ ਹਨ। ਗੁਰ ਕਿੰਚਿਤ ਕਿਰਪਾ ਕੀਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਨੇ ਕਿੰਚਿਤ ਥੋੜ੍ਹੇ ਮਾਤਰ ਹੀ ਕਿਰਪਾ ਕੀਨੀ ਕਿ ਇਹ ਕਰ ਦਿੱਤੀ। ਜੇ ਗੁਰੂ ਦੀ ਥੋੜ੍ਹੇ ਮਾਤਰ ਹੀ, ਕਿੰਚਿਤ ਮਾਤਰ ਹੀ ਕਿਰਪਾ ਜਿਹੜੀ ਹੈ ਇਹ ਹੋ ਜਾਵੇ, ਸਭ ਤਨ ਮਨ ਦੇਹ ਹਰ ਲੀਨੀ। ਫਿਰ ਗੁਰੂ ਕੀ ਕਰਦੇ ਹਨ, ਤਨ ਮਨ ਦੇਹ ਹਰ ਲੀਨੀ। ਜਿੰਨਾ ਤਨ ਦਾ ਹੰਕਾਰ ਹੈ ਸਾਡੇ ਅੰਦਰ, ਮਨ ਦੀ ਹਉਮੈ ਅੰਦਰੋਂ ਫੁਰਦੀ ਹੈ, ਇਸੇ ਤਰ੍ਹਾਂ ਦੇਹ ਦਾ ਅਧਿਆਸ ਹੈ। ਦੇਹ ਨੂੰ, ਸਰੀਰ ਨੂੰ ਹਰ ਸਮੇਂ ਜੀਵ ਸੰਭਾਲਦਾ ਰਹਿੰਦਾ, ਸਵਾਰਦਾ ਰਹਿੰਦਾ ਵੀ ਇਹਦੇ 'ਤੇ ਆਹ ਚੀਜ਼ ਪਾਈਏ ਸੋਹਣੀ ਲੱਗਦੀ ਆ, ਆਹ ਚੀਜ਼ ਖਾਈਏ ਆਹ ਬਣਦਾ। ਦੇਹ ਦਾ ਅਧਿਆਸ ਹੈ। ਦੇਹ ਦੇ ਨਾਲੋਂ ਇਹ ਕਦੇ ਵੀ ਪਰੇ ਨਹੀਂ ਹੁੰਦਾ, ਇੰਨਾ ਦੇਹ ਅਧਿਆਸ ਇਹਦਾ ਬਣਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਕਿਰਪਾ ਕਰਦੇ ਆ ਜਦੋਂ ਕਿੰਚਿਤ ਮਾਤਰ, ਥੋੜ੍ਹੇ ਮਾਤਰ ਹੀ, ਫਿਰ ਇਹਦਾ ਤਨ ਦਾ ਹੰਕਾਰ, ਮਨ ਦੀ ਹੰਗਤਾ ਅਤੇ ਦੇਹ ਅਧਿਆਸ
ਇਹ ਸਾਰਾ ਹੀ ਦੂਰ ਕਰ ਦਿੰਦੇ ਹਨ, ਨਾਸ ਕਰ ਦਿੰਦੇ ਹਨ ਅਤੇ ਹਰ ਲੀਨੀ ਹਰੀ ਪਰਮੇਸ਼ਰ ਦੇ ਵਿੱਚ ਇਸ ਨੂੰ ਲੀਨ ਕਰ ਦਿੰਦੇ ਹਨ। ਕਹਿ ਕਬੀਰ ਰੰਗ ਰਾਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਉਸ ਪ੍ਰਮਾਤਮਾ ਦੇ ਰੰਗ ਪ੍ਰੇਮ ਦੇ ਵਿੱਚ, ਆਨੰਦ ਦੇ ਵਿੱਚ ਰਾਤਾ ਕਹੀਏ ਰੰਗੇ ਹੋਏ ਮਿਲੇ ਹਾਂ। ਮਿਲਿਓ ਜਗ ਜੀਵਨ ਦਾਤਾ। ਕਿਉਂਕਿ ਸਾਨੂੰ ਜਗਤ ਦਾ ਜੀਵਨ ਜਿਹੜਾ ਹੈ ਨਾ ਦਾਤਾ ਪਰਮੇਸ਼ਰ ਵਾਹਿਗੁਰੂ, ਇਹ ਸਾਰੇ ਜਗਤ ਨੂੰ ਜੀਵਨ ਦਾਨ ਦੇਣ ਵਾਲਾ, ਪ੍ਰਾਣਾਂ ਦਾ ਜਿਹੜਾ ਦਾਨ ਦੇ ਰਿਹਾ, ਸਵਾਸਾਂ ਦਾ ਦਾਨ ਦੇ ਰਿਹਾ, ਉਹ ਪਰਮੇਸ਼ਰ ਹੀ ਹੈ। ਜਿੰਨੇ ਸਾਹ ਸਾਡੇ ਹੈ ਇਹਨਾਂ ਨੂੰ ਦੇਣ ਵਾਲਾ ਉਹ ਪਰਮੇਸ਼ਰ ਹੈ, ਉਹਦੇ ਹੱਥ ਹੈ, ਕਿਸੇ ਦੇ ਹੱਥ ਵਸ ਨਹੀਂ। ਨਾ ਆਪਾਂ ਇਹਨਾਂ ਦੀ ਕੋਈ ਸੰਭਾਲ ਕਰਦੇ ਹਾਂ ਵੀ ਸਾਹ ਮੈਨੂੰ ਆ ਰਹੇ ਹੈ ਜਾਂ ਨਹੀਂ ਆ ਰਹੇ, ਵੀ ਇਹ ਕਿਵੇਂ ਸਹੀ ਚੱਲਣ, ਇਹ ਸਭ ਉਹ ਪਰਮੇਸ਼ਰ ਦੇ ਹੱਥ ਹੀ ਹੈ। ਜਦੋਂ ਉਹਨੇ ਡੋਰ ਖਿੱਚਤੀ ਉੱਥੇ ਰੁਕ ਜਾਣਾ ਸਭ ਕੁਝ। ਇਸ ਕਰਕੇ ਜਿਹੜਾ ਜਗਤ ਦਾ ਜੀਵਨ ਹੈ, ਜਗਤ ਨੂੰ ਜਿਹੜਾ ਪ੍ਰਾਣ ਸੱਤਾ ਬਖਸ਼ ਕੇ ਦਾਨ ਦੇਣ ਵਾਲਾ ਜੀਵਨ ਦਾ ਐਸਾ ਪਰਮੇਸ਼ਰ ਵਾਹਿਗੁਰੂ ਉਹ ਮਿਲ ਪਿਆ। ਜਿਨ੍ਹਾਂ ਨੂੰ ਉਹ ਮਿਲ ਪਿਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਫਿਰ ਉਹਦੇ ਨਾਮ ਦੇ ਰੰਗ ਦੇ ਵਿੱਚ ਰੱਤੇ ਰਹਿੰਦੇ। ਉਹਨਾਂ ਦੇ ਅੰਦਰੋਂ ਇਹ ਸਰੀਰ ਦਾ ਭਰਮ, ਸੰਸਾਰ ਦਾ ਭਰਮ, ਇਸੇ ਤਰ੍ਹਾਂ ਫਿਰ ਇਹਨਾਂ ਦਾ ਭਉ ਜਿਹੜਾ ਡਰ ਹੈ ਉਹ ਦੂਰ ਹੋ ਜਾਂਦਾ ਹੈ। ਫਿਰ ਉਹ ਸਭ ਦੇ ਵਿੱਚ ਇੱਕੋ ਪਰਮੇਸ਼ਰ ਦੀ ਸੱਤਾ ਨੂੰ, ਉਹਦੀ ਅੰਸ਼ ਨੂੰ ਦੇਖਦੇ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਰਲ ਮਿਲ ਕੇ ਪੜ੍ਹਿਆ, ਸੁਣਿਆ, ਵਿਚਾਰਿਆ ਹੈ। ਇਹ ਸਾਡੇ ਸਾਰਿਆਂ ਦੇ ਹਿਰਦਿਆਂ 'ਤੇ ਵਸਣ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ ਜੀ। ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਰ ਲੀਨੀ। ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਨਹਾਰ। ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨਹਾਰ। ਤੂੰ ਠਾਕੁਰ